तो हुण आपां एक वारी दुबारा तो सारे जिहड़े रूल्स ने नोमनक्लेचर दे उन्हां नूं रिवाइज कर लैंदे आ। पहला रूल की आ कि बायोलॉजिकल नेम्स जिहड़े ने लैटिन दे विच हुंदे ने ते या सो लैटिन दे विच हुंदे ने ते ओह इटैलिक्स दे विच लिखे जांदे ने। उन्हां नूं की आ लैटिनाइज करिया जांदा या फिर आपां कह सकदे आ लैटिन तो डिराइव करिया जांदा है, भावें उन्हां दा जिहड़ा ओरिजिन है कोई भी होवे, कित्थों कित्थे दा भी ऑर्गेनिज्म क्यों ना होवे। जिहड़ा फर्स्ट वर्ड हुंदा है बायोलॉजिकल नेम दा ओह जीनस हुंदा है ते जिहड़ा सैकेंड वर्ड हुंदा है ओह स्पैसिफिक एपिथेट हुंदा है। ਜਿਹੜੇ ਦੋਨੇ ਵਰਡ ਹੁੰਦੇ ਨੇ ਬਾਇਓਲੋਜੀਕਲ ਨੇਮ ਦੇ ਜਦੋਂ ਆਪਾਂ ਉਹਨਾਂ ਨੂੰ ਹੱਥ ਨਾਲ ਲਿਖਦੇ ਹਾਂ ਤਾਂ ਉਹਨਾਂ ਨੂੰ ਸੈਪਰੇਟਲੀ ਅੰਡਰਲਾਈਨ ਕੀਤਾ ਜਾਂਦਾ ਹੈਗਾ ਤੇ ਜੇ ਆਪਾਂ ਪ੍ਰਿੰਟ ਕਰੀਏ ਤਾਂ ਆਪਾਂ ਨੂੰ ਇਟੈਲਿਕਸ ਦੇ ਵਿੱਚ ਪ੍ਰਿੰਟ ਕਰਦੇ ਹਾਂ। ਜਿਹੜਾ ਫਸਟ ਵਰਡ ਹੁੰਦਾ ਹੈਗਾ ਉਹ ਜੀਨਸ ਨੂੰ ਡਿਨੋਟ ਕਰਦਾ ਤੇ ਜਿਹੜਾ ਉਹ ਫਸਟ ਵਰਡ ਜਿਹੜਾ ਜੀਨਸ ਆ ਉਹ ਕੈਪੀਟਲ ਲੈਟਰ ਦੇ ਨਾਲ ਸ਼ੁਰੂ ਹੁੰਦਾ, ਜਿਹੜਾ ਸੈਕਿੰਡ ਵਰਡ ਆ ਉਹ ਸਪੈਸੀਫਿਕ ਐਪੀਥੈਟ ਹੁੰਦਾ ਤੇ ਉਹ ਸਮਾਲ ਲੈਟਰ ਦੇ ਨਾਲ ਸ਼ੁਰੂ ਹੁੰਦਾ। नेम ऑफ द ऑथर अपीयर्स आफ्टर द स्पैसीफिक एपीथेट। ठीक है, जोड़ा ऑथर आ जिन्हें नाम दिता है असल ऑर्गेनिज्म नूं ਉਹ स्पैसीफिक एपीथेट तो बाद लिखा जाता। ठीक है, तो ਉਹਨੂੰ ਐਬਰੀਵੇਟਡ ਫਾਰਮ ਦੇ ਵਿੱਚ ਲਿਖਿਆ ਜਾਂਦਾ, ਮਤਲਬ ਪੂਰਾ ਨਾਮ ਨਹੀਂ ਲਿਖਿਆ ਜਾਂਦਾ, ਇੱਕ ਬਹੁਤ ਹੀ ਸ਼ਾਰਟ ਫਾਰਮ ਦੇ ਵਿੱਚ ਲਿਖਿਆ ਜਾਂਦਾ ਹੈਗਾ। ਜਿਵੇਂ ਕਿ ਮੈਂਗੋ ਨੂੰ ਨਾਮ ਕਿਹਨੇ ਦਿੱਤਾ? ਕੈਰੋਲਸ ਲੀਨੀਅਸ ਨੇ ਦਿੱਤਾ। ਤੇ ਫਿਰ ਔਥਰ ਦਾ ਨਾਮ ਕਿਵੇਂ ਆਪਾਂ ਉਹਦੇ ਵਿੱਚ ਡਿਨੋਟ ਕਰ ਸਕਦੇ ਹਾਂ? मैंगीफेरा इंडिका। सारे रूल्स फॉलो करके मैंगीफेरा इंडिका का नाम वो लिखा, पिछे लिन पाता। ठीक है, LINN उसके बाद फुल स्टॉप मतलब डॉट। ठीक है, तो एक ही एब्रीवेटेड फॉर्म आ लीनियस के नाम की। इट इंडिकेट्स दैट द स्पीशीज वाज फर्स्ट डिस्क्राइब्ड बाय लीनियस। तो ये की इंडिकेट करता कि सब तो पहले जो मैंगो से जो मैंगीफेरा इंडिका स्पीशीज आ वो लीनियस ने डिस्क्राइब की सी। Since it is nearly impossible to study all the living organisms। ठीक है, सारे living organisms ਨੂੰ ਪੜ੍ਹਨਾ ਜਾਣਨਾ ਬੁੱਝਣਾ ਬਹੁਤ ਹੀ ਜ਼ਿਆਦਾ ਔਖਾ ਹੈਗਾ। It is necessary to devise some means to make this possible। ठीक है, ਤਾਂ ਕਰਕੇ कुछ ना कुछ रास्ता ਆਪਾਂ ਨੂੰ ਬਣਾਉਣਾ ਪੈਣਾ ਜਿਸ ਕਰਕੇ ਆਪਾਂ ਇਹ ਪੋਸੀਬਲ ਕਰ ਸਕੀਏ। ਠੀਕ ਹੈ, ਸਾਰੇ ਲਿਵਿੰਗ ਆਰਗੈਨਿਜ਼ਮ ਨੂੰ ਜਾਣ ਬੁੱਝ ਸਮਝ ਸਕੀਏ। ਠੀਕ ਹੈ, ਤੇ ਇਸ ਪ੍ਰੋਸੈਸ ਨੂੰ ਜਿਹਦੇ ਨਾਲ ਆਪਾਂ ਇਹਨੂੰ ਪੋਸੀਬਲ ਕਰਦੇ ਹਾਂ, ਸੌਖਾ ਬਣਾਉਣੇ ਆ ਆਰਗੈਨਿਜ਼ਮਸ ਦੀ ਸਟੱਡੀ ਨੂੰ, ਉਹਨੂੰ ਕਲਾਸੀਫਿਕੇਸ਼ਨ ਕਿਹਾ ਜਾਂਦਾ। ਕਲਾਸੀਫਿਕੇਸ਼ਨ ਦੀ ਡੈਫੀਨੇਸ਼ਨ ਕੀ ਹੈ? ਕਲਾਸੀਫਿਕੇਸ਼ਨ ਇਜ਼ ਦ ਪ੍ਰੋਸੈਸ by which anything is grouped into convenient categories based on some easily observed characters। ठीक है, ਕਲਾਸੀਫਿਕੇਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਹਰ ਇੱਕ ਆਰਗੈਨਿਜ਼ਮ ਨੂੰ ਇੱਕ ਕਨਵੀਨੀਅੰਟ ਇੱਕ ਸਹੀ ਕੈਟੇਗਰੀ ਦੇ ਵਿੱਚ ਪਾਇਆ ਜਾਂਦਾ ਹੈਗਾ ਅਤੇ ਉਸ ਕੈਟੇਗਰੀ ਨੂੰ ਕਿਸ ਦੇ ਬੇਸਿਸ 'ਤੇ ਪਾਇਆ ਜਾਂਦਾ? ਕੁਝ ਓਬਜ਼ਰਵੇਬਲ ਈਜ਼ੀਲੀ ਓਬਜ਼ਰਵੇਬਲ ਕਰੈਕਟਰਸ ਦੇ ਬੇਸਿਸ ਦੇ ਉੱਪਰ ਉਸ ਆਰਗੈਨਿਜ਼ਮ ਨੂੰ ਇੱਕ ਪਰਟੀਕੂਲਰ ਕਨਵੀਨੀਅੰਟ ਕੈਟੇਗਰੀ ਦੇ ਵਿੱਚ ਪਾਇਆ ਜਾਂਦਾ ਹੈ। ਫੋਰ ਐਗਜ਼ਾਮਪਲ ਵੀ ਈਜ਼ੀਲੀ ਰੈਕਗਨਾਈਜ਼ ਗਰੁੱਪਸ ਸਚ ਐਜ਼ ਪਲਾਂਟਸ ਔਰ ਐਨੀਮਲਸ ਔਰ ਡੌਗਸ ਔਰ ਕੈਟਸ ਔਰ ਇਨਸੈਕਟਸ। ਠੀਕ ਹੈ, ਆਪਾਂ ਨੂੰ ਇਹਨਾਂ ਆਰਗੈਨਿਜ਼ਮਸ ਬਾਰੇ ਇਹਨਾਂ ਗਰੁੱਪਸ ਬਾਰੇ ਪਤਾ ਹੈ ਨਾ ਕਿ ਪਲਾਂਟਸ ਕੀ ਹੁੰਦੇ ਨੇ, ਐਨੀਮਲਸ ਕੀ ਹੁੰਦੇ ਨੇ, ਡੌਗਸ ਕੀ ਹੁੰਦੇ ਨੇ, ਕੈਟਸ ਕੀ ਹੁੰਦੇ ਨੇ, ਇਨਸੈਕਟਸ ਕੀ ਹੁੰਦੇ ਨੇ। ਠੀਕ ਹੈ, ਤੇ ਇਹ ਕੀ ਨੇ ਨਾ ਕੈਟੇਗਰੀਜ਼ ਨੂੰ ਅਲੱਗ ਅਲੱਗ ਲੈਵਲ 'ਤੇ ਡਿਨੋਟ ਕਰਦੇ ਨੇ। ਹੁਣ ਜਿਵੇਂ ਡੌਗਸ ਅਤੇ ਕੈਟਸ ਕੀ ਨੇ? ਇਹ ਕੀ ਨੇ? ਐਨੀਮਲਸ ਨੇ। ਠੀਕ ਹੈ, ਡੌਗ ਇੱਕ ਪਰਟੀਕੂਲਰ ਐਨੀਮਲ ਹੈ, ਕੈਟ ਇੱਕ ਪਰਟੀਕੂਲਰ ਐਨੀਮਲ, ਪਰ ਕੀ ਐਨੀਮਲਸ ਦੇ ਵਿੱਚ ਸਿਰਫ ਇਹ ਦੋਨੋਂ ਹੀ ਆਉਂਦੇ ਨੇ? ਹੋਰ ਵੀ ਕਾਫੀ ਸਾਰੇ ਐਨੀਮਲਸ ਐਨੀਮੀਲੀਆ ਕਿੰਗਡਮ ਦੇ ਵਿੱਚ ਆਉਂਦੇ ਨੇ। ਐਨੀਮਲਸ ਦੇ ਵਿੱਚ ਕਿਹੜੇ ਜਾਂਦੇ ਨੇ, ਹੈ ਨਾ? ਦ ਮੋਮੈਂਟ ਵੀ ਯੂਜ਼ ਐਨੀ ਆਫ ਦੀਸ ਟਰਮ ਵੀ ਐਸੋਸ਼ੀਏਟ ਸਰਟਨ ਕੈਰੈਕਟਰਸ ਵਿਦ ਦ ਆਰਗੈਨਿਜ਼ਮ ਇਨ ਦੈਟ ਗਰੁੱਪ। ਅਤੇ ਇਹਨਾਂ 'ਚੋਂ ਆਪਾਂ ਜਦੋਂ ਕੋਈ ਵੀ ਵਰਡ ਲੈਂਦੇ ਹਾਂ, ਠੀਕ ਹੈ, ਆਪਾਂ ਕਿਸੇ ਵੀ ਚੀਜ਼ ਬਾਰੇ ਸੋਚਦੇ ਹਾਂ, ਭਾਵੇਂ ਪਲਾਂਟ ਬਾਰੇ ਸੋਚੀਏ, ਭਾਵੇਂ ਐਨੀਮਲ ਬਾਰੇ ਸੋਚੀਏ, ਭਾਵੇਂ ਡੌਗ ਬਾਰੇ, ਭਾਵੇਂ ਕੈਟ ਬਾਰੇ, ਭਾਵੇਂ ਇਨਸੈਕਟ ਬਾਰੇ, ਤਾਂ ਆਪਣੇ ਦਿਮਾਗ ਦੇ ਵਿੱਚ ਨਾ ਕੁਛ ਫੋਟੋ ਆਉਂਦੀਆਂ ਨੇ, ਕੁਛ ਕੈਰੈਕਟਰਿਸਟਿਕਸ ਹੁੰਦੀਆਂ ਨੇ ਉਸ ਪਰਟੀਕੂਲਰ ਆਰਗੈਨਿਜ਼ਮਸ ਦੇ ਨਾਲ ਸੰਬੰਧਿਤ। ਵਟ ਇਮੇਜ ਡੂ ਯੂ ਸੀ ਵੈਨ ਯੂ ਥਿੰਕ ਆਫ ਅ ਡੌਗ? ਠੀਕ ਹੈ, ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਦੀ ਇਮੇਜ ਆਉਂਦੀ ਹੈ ਜਦੋਂ ਤੁਸੀਂ ਇੱਕ ਕੁੱਤੇ ਬਾਰੇ ਸੋਚਦੇ ਹੋ? ਇੱਕ ਕੁੱਤੇ ਬਾਰੇ ਸੋਚਦੇ ਹੋ। ਓਬਵੀਅਸਲੀ ਈਚ ਵਨ ਆਫ ਅਸ ਵਿਲ ਸੀ ਡੌਗਸ ਟਾਕਿੰਗ ਐਂਡ ਨਾਟ ਕੈਟਸ। ਠੀਕ ਹੈ, ਤਾਂ ਹਰੇਕ ਦੇ ਦਿਮਾਗ ਦੇ ਵਿੱਚ ਜਦੋਂ ਆਪਾਂ ਕਿਸੇ ਇੱਕ ਕੁੱਤੇ ਬਾਰੇ ਸੋਚਾਂਗੇ ਨਾ ਤਾਂ ਆਪਣੇ ਦਿਮਾਗ ਦੇ ਵਿੱਚ ਕਿਹਦੀ ਫੋਟੋ ਹੋਊਗੀ? ਓਬਵੀਅਸਲੀ ਕੁੱਤੇ ਦੀ ਹੀ ਆਊਗੀ। ਬਿੱਲੀ ਦੀ ਤਾਂ ਉਹਨੂੰ ਰਹੀ, ਜਾਂ ਹਰਜੋਤ ਸਿੰਘ ਕੀੜੂ ਸਾਹਿਬ ਦੀ ਤਾਂ ਉਹਨੂੰ ਰਹੀ, ਹੈ ਨਾ? But now, if we were to think of Alsatians, we know that if we are talking about, ठीक है, पर ਜੇ ਆਪਾਂ ਹੁਣ ਅਲਸੇਟੀਅਨਸ ਬਾਰੇ ਸੋਚਾਂਗੇ ਤਾਂ ਆਪਾਂ ਨੂੰ ਪਤਾ ਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ। ਅਲਸੇਟੀਅਨ ਕੀ ਆ? ਇੱਕ ਬਰੀਡ ਆ ਡੌਗ ਦੀ, ਅਲਸੇਟੀਅਨ। ਠੀਕ ਹੈ, ਤਾਂ ਆਪਣੇ ਦਿਮਾਗ ਦੇ ਵਿੱਚ ਅਲਸੇਟੀਅਨ ਦੀ ਇਮੇਜ ਆਊਗੀ। ਠੀਕ ਹੈ, ਜਰਮਨ ਸ਼ੈਫਰਡ ਦੀ ਤਾਂ ਓਬਵੀਅਸਲੀ ਨਹੀਂ ਆਊਗੀ, ਹੈ ਨਾ? ਸਿਮਿਲਰਲੀ ਸਪੋਜ਼ ਵੀ ਵਰ ਟੂ ਸੇ ਮੈਮਲਸ। ਠੀਕ ਹੈ, ਆਪਾਂ ਹੁਣ ਮੈਮਲਸ ਬਾਰੇ ਸੋਚੀ ਤਾਂ ਆਪਣੇ ਦਿਮਾਗ ਦੇ ਵਿੱਚ ਕਿੱਦਾਂ ਦੀ ਇਮੇਜ ਆਉਂਦੀ ਆ?
ਆਪਣੇ ਦਿਮਾਗ ਦੇ ਵਿੱਚ ਐਨੀਮਲਸ ਦੀ ਇਮੇਜ ਆਉਂਦੀ ਆ ਜਿਨ੍ਹਾਂ ਦੇ ਕੋਲ ਐਕਸਟਰਨਲ ਈਅਰਸ ਹੁੰਦੇ ਨੇ, ਬੋਡੀ ਹੇਅਰ ਹੁੰਦੇ ਨੇ, ਠੀਕ ਹੈ। ਉੱਦਾਂ ਦੇ ਆਰਗੈਨਿਜ਼ਮਸ ਦੀ ਆਪਣੇ ਦਿਮਾਗ ਦੇ ਵਿੱਚ ਫੋਟੋ ਆਉਂਦੀ ਆ। ਲਾਈਕਵਾਈਜ਼ ਇਨ ਪਲਾਂਟਸ ਇਫ ਵੀ ਟਰਾਈ ਟੂ ਟਾਕ ਆਫ ਜੇ ਹੁਣ ਆਪਾਂ ਪਲਾਂਟਸ ਦੇ ਵਿੱਚ ਵੀਟ ਦੀ ਗੱਲ ਕਰੀਏ ਤਾਂ ਆਪਣੇ ਦਿਮਾਗ ਦੇ ਸਾਰਿਆਂ ਦੇ ਦਿਮਾਗ ਦੇ ਵਿੱਚ ਕਿਹਦੀ ਫੋਟੋ ਆਊਗੀ? ਵੀਟ ਦੀ ਆਊਗੀ ਨਾ, ਕਣਕ ਦੀ ਹੀ ਆਊਗੀ, ਚੌਲ ਦੀ, ਜੀਰੀ ਦੀ ਤਾਂ ਆਉਣੋਂ ਰਹੀ ਹੈ ਨਾ, ਰਾਈਸ ਦੀ ਜਾਂ ਕਿਸੇ ਹੋਰ ਪਲਾਂਟ ਦੀ ਤਾਂ ਆਉਣੋਂ ਰਹੀ, ਠੀਕ ਹੈ। ਹੈਂਸ ਆਲ ਥੀਸ ਡੌਗਸ, ਕੈਟਸ, ਮੈਮਲਸ, ਵੀਟ, ਰਾਈਸ, ਪਲਾਂਟਸ, ਐਨੀਮਲਸ, ਇਹ ਸਾਰੇ ਕੀ ਨੇ? ਕਨਵੀਨੀਅੰਟ ਕੈਟੇਗਰੀਜ਼ ਨੇ ਜਿਹੜੀ ਆਪਾਂ ਨੇ ਯੂਜ਼ ਕਰਦੇ ਹਾਂ ਆਰਗੈਨਿਜ਼ਮਸ ਨੂੰ ਸਟੱਡੀ ਕਰਨ ਵਾਸਤੇ, ਠੀਕ ਹੈ। ਦ ਸਾਇੰਟੀਫਿਕ ਟਰਮ ਫॉर ਦਿਸ ਕੈਟੇਗਰੀ ਇਜ਼ ਟੈਕਸਾ, ਠੀਕ ਹੈ। ਅਤੇ ਇਸ ਕੈਟੇਗਰੀ ਬਾਰੇ ਜਿਹੜੀ ਸਾਇੰਟੀਫਿਕ ਟਰਮ ਹੁੰਦੀ ਹੈ ਉਹ ਕੀ ਹੁੰਦੀ ਹੈ? ਟੈਕਸਾ ਹੁੰਦੀ ਹੈ, ਠੀਕ ਹੈ। ਮਤਲਬ ਕੈਟ ਵੀ ਟੈਕਸ ਹੈ, ਮੈਮਲ ਵੀ ਟੈਕਸ ਹੈ, ਵੀਟ ਵੀ ਟੈਕਸ ਹੈ, ਰਾਈਸ ਵੀ ਟੈਕਸ ਹੈ, ਪਲਾਂਟ ਵੀ ਟੈਕਸ ਹੈ, ਐਨੀਮਲ ਵੀ ਟੈਕਸ ਹੈ, ਠੀਕ ਹੈ। ਇਹ ਸਾਰੇ ਕੀ ਨੇ? ਟੈਕਸਾਂ ਨੇ, ਠੀਕ ਹੈ। ਹੁਣ ਇੱਕ ਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲਾਈਨ ਆ, ਠੀਕ ਹੈ, ਉਹ ਯਾਦ ਰੱਖਣਾ ਅਤੇ ਇਹਦੇ ਵਿੱਚ ਇਹ ਲਾਈਨ ਪੁੱਛੀ ਵੀ ਜਾ ਸਕਦੀ ਆ। ਜਿਹੜੀਆਂ ਸਾਰੀਆਂ ਟੈਕਸੋਨੋਮਿਕ ਕੈਟੇਗਰੀਜ਼ ਹੁੰਦੀਆਂ ਨੇ ਨਾ, ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਟੈਕਸੋਨੋਮਿਕ ਹਾਇਰਾਰਕੀ ਦੇ ਵਿੱਚ ਜਿਹੜੀਆਂ ਵੀ ਕੈਟੇਗਰੀਜ਼ ਹੁੰਦੀਆਂ ਨੇ ਉਹ ਟੈਕਸਾਂ ਹੁੰਦੀਆਂ ਨੇ, ਠੀਕ ਹੈ, ਉਹ ਟੈਕਸਾਂ ਹੁੰਦੀਆਂ ਨੇ। ਬਟ ਜਿਹੜੇ ਹਰੇਕ ਟੈਕਸ ਹੈ ਨਾ ਉਹ ਟੈਕਸੋਨੋਮਿਕ ਕੈਟੇਗਰੀ ਨਹੀਂ ਹੈਗੀ, ਠੀਕ ਹੈ। ਹਰੇਕ ਯੂਨਿਟ ਆਫ ਕਲਾਸੀਫਿਕੇਸ਼ਨ, ਠੀਕ ਹੈ, ਕੋਈ ਵੀ ਲੈਵਲ 'ਤੇ ਹੈ, ਕੋਈ ਵੀ ਯੂਨਿਟ ਆਫ ਕਲਾਸੀਫਿਕੇਸ਼ਨ ਹੈ ਉਹਨੂੰ ਆਪਾਂ ਟੈਕਸਾ ਕਹਿੰਦੇ ਹਾਂ, ਠੀਕ ਹੈ। ਜਿਵੇਂ ਕਿ ਟਰਾਈਬ ਆ, ਠੀਕ ਹੈ, ਉਹ ਵੀ ਇੱਕ ਟੈਕਸ ਹੈ। ਬਟ ਹਰੇਕ ਜਿਹੜਾ ਟੈਕਸ ਹੈਗਾ ਉਹ ਟੈਕਸੋਨੋਮਿਕ ਕੈਟੇਗਰੀ ਨਹੀਂ ਹੈਗਾ, ਠੀਕ ਹੈ। ਟੈਕਸੋਨੋਮਿਕ ਕੈਟੇਗਰੀ ਉਹ ਜਿਹੜੀ ਆਲਰੇਡੀ ਵੈਲ ਡਿਫਾਈਨਡ ਕੈਟੇਗਰੀ ਆ ਜਿਹੜੀ ਆਪਾਂ ਟੈਕਸੋਨੋਮੀ ਦੇ ਵਿੱਚ ਯੂਜ਼ ਕਰਦੇ ਪਏ, ਠੀਕ ਹੈ। Here you must recognize that taxa can indicate categories at very different levels, ਠੀਕ ਹੈ। ਇੱਥੇ ਤੁਸੀਂ ਰੈਕਗਨਾਈਜ਼ ਕਰ ਸਕਦੇ ਹੋ ਕਿ ਜਿਹੜਾ ਟੈਕਸ ਹੈਗਾ ਉਹ ਕੈਟੇਗਰੀਜ਼ ਨੂੰ ਇੰਡੀਕੇਟ ਕਰਦਾ ਅਲੱਗ-ਅਲੱਗ ਲੈਵਲ ਦੇ ਉੱਪਰ, ਠੀਕ ਹੈ। ਜਿਹੜੇ ਪਲਾਂਟਸ ਨੇ ਉਹ ਵੀ ਟੈਕਸਾ ਬਣਾਉਂਦੇ ਨੇ, ਵੀਟ ਹੈ ਉਹ ਵੀ ਟੈਕਸਾ ਬਣਾਉਂਦਾ, ਪਰ ਕੀ ਆਪਾਂ ਕਹਿ ਸਕਦੇ ਹਾਂ ਕਿ ਹਰੇਕ ਪਲਾਂਟ ਵੀਟ ਹੈ? ਨੋ। ਪਰ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜਾ ਵੀਟ ਹੈ ਉਹ ਇੱਕ ਪਲਾਂਟ ਆ, ਮਤਲਬ ਵੀਟ ਜਿਹੜਾ ਟੈਕਸ ਹੈ ਉਹ ਲੋਅਰ ਲੈਵਲ 'ਤੇ ਆ ਅਤੇ ਜਿਹੜਾ ਪਲਾਂਟ ਟੈਕਸ ਹੈ ਉਹ ਹਾਇਰ ਲੈਵਲ 'ਤੇ ਆ, ਠੀਕ ਹੈ। ਸਿਮਿਲਰਲੀ ਐਨੀਮਲਸ, ਮੈਮਲਸ, ਡੌਗਸ, ਇਹ ਸਾਰੇ ਟੈਕਸਾਂ ਨੇ, ਠੀਕ ਹੈ। ਕਿ ਡੌਗ ਇੱਕ ਐਨੀਮਲ ਆ? ਯੈਸ। ਕਿ ਡੌਗ ਇੱਕ ਮੈਮਲ ਆ? ਯੈਸ। ਪਰ ਜੇ ਆਪਾਂ ਕਹੀਏ ਕਿ ਜਿਹੜੇ ਸਾਰੇ ਮੈਮਲਸ ਨੇ ਉਹ ਡੌਗਸ ਨੇ, ਇਹ ਸਟੇਟਮੈਂਟ ਗਲਤ ਹੋ ਗਈ। ਜੇ ਆਪਾਂ ਕਹੀਏ ਕਿ ਸਾਰੇ ਐਨੀਮਲਸ ਮੈਮਲਸ ਨੇ, ਇਹ ਵੀ ਗਲਤ ਹੋ ਗਈ। ਜਾਂ ਫਿਰ ਆਪਾਂ ਕਹੀਏ ਕਿ ਸਾਰੇ ਐਨੀਮਲਸ ਡੌਗਸ ਨੇ, ਇਹ ਵੀ ਗਲਤ ਹੋ ਗਈ, ਠੀਕ ਹੈ। ਤਾਂ ਮਤਲਬ ਆਪਾਂ ਜੇ ਇੱਕ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ ਤਾਂ ਉਹ ਸਟੇਟਮੈਂਟ ਸਹੀ ਹੋ ਰਹੀਆਂ ਨੇ, ਮਤਲਬ ਆਪਾਂ ਲੋਅਰ ਟੂ ਹਾਇਰ ਜਾ ਰਹੇ ਹਾਂ, ਠੀਕ ਹੈ। ਅਤੇ ਤਾਂ ਇਸ ਕਰਕੇ ਹੀ ਇਹ ਡਿਫਰੈਂਟ ਲੈਵਲ ਦੇ ਉੱਪਰ ਟੈਕਸਾ ਜਿਹੜੇ ਨੇ ਉਹ ਰਿਪਰੈਜ਼ੈਂਟ ਕਰ ਰਹੇ ਨੇ, ਠੀਕ ਹੈ। ਆਪਾਂ ਨੂੰ ਪਤਾ ਹੈ ਕਿ ਡੌਗ ਇੱਕ ਮੈਮਲ ਹੈ ਅਤੇ ਮੈਮਲਸ ਐਨੀਮਲਸ ਹੁੰਦੇ ਨੇ, ਅਤੇ ਤਾਂ ਕਰਕੇ ਐਨੀਮਲਸ, ਮੈਮਲਸ ਅਤੇ ਡੌਗਸ ਜਿਹੜੇ ਨੇ ਉਹ ਟੈਕਸਾ ਰਿਪਰੈਜ਼ੈਂਟ ਕਰਦੇ ਨੇ ਡਿਫਰੈਂਟ ਲੈਵਲਸ ਦੇ ਉੱਪਰ, ਅਲੱਗ-ਅਲੱਗ ਲੈਵਲਸ ਦੇ ਉੱਪਰ। ਕੋਈ ਹਾਇਰ ਲੈਵਲ 'ਤੇ ਆ, ਕੋਈ ਲੋਅਰ ਲੈਵਲ 'ਤੇ ਆ, ਕੋਈ ਮਿਡ ਦੇ ਵਿੱਚ ਵੀ ਆ। Hence, based on characteristics, all living organisms can be classified into different taxa, ठीक है। तो अगर ये characteristics ਦੇ basis ਦੇ ਉੱਪਰ ਆਪਾਂ ਸਾਰੇ living organisms ਨੂੰ ਅਲੱਗ-ਅਲੱਗ ਟੈਕਸਾ ਦੇ ਵਿੱਚ ਕੀ ਕਰ ਸਕਦੇ ਹਾਂ? ਕਲਾਸੀਫਾਈ ਕਰ ਸਕਦੇ ਹਾਂ। ਅਤੇ ਇਸ ਪ੍ਰੋਸੈਸ ਆਫ ਕਲਾਸੀਫਿਕੇਸ਼ਨ ਨੂੰ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਆਰਗੈਨਿਜ਼ਮਸ ਨੂੰ ਡਿਫਰੈਂਟ ਟੈਕਸਾਂ ਦੇ ਵਿੱਚ ਕਲਾਸੀਫਾਈ ਕਰਦੇ ਹਾਂ ਉਹਨੂੰ ਟੈਕਸੋਨੋਮੀ ਕਿਹਾ ਜਾਂਦਾ ਹੈਗਾ। ਐਕਸਟਰਨਲ ਐਂਡ ਇੰਟਰਨਲ ਸਟਰਕਚਰ ਅਲੋਂਗ ਵਿਦ ਦ ਸਟਰਕਚਰ ਆਫ ਸੈਲ ਡਿਵੈਲਪਮੈਂਟ ਪ੍ਰੋਸੈਸ ਐਂਡ ਇਕੋਲੋਜੀਕਲ ਇਨਫੋਰਮੇਸ਼ਨ ਆਫ ਆਰਗੈਨਿਜ਼ਮਸ ਆਰ ਐਸੈਂਸ਼ੀਅਲ ਐਂਡ ਫॉर्म द बेसिस ऑफ मॉडर्न टैक्सोनॉमिक स्टडीज़, ठीक है। आप टैक्सोनॉमिक स्टडीज़ किहदे बेसिस के उपर करते हैं? एक्सटर्नल स्ट्रक्चर के बेसिस के उपर भी करते हैं तो इंटरनल स्ट्रक्चर के बेसिस के उपर करते हैं भी करते हैं। तो आप स्ट्रक्चर ऑफ सैल भी लेने, ठीक है। डेवलपमेंट प्रोसैस भी लेने कि एम्ब्रियोलॉजिकल डेवलपमेंट किद्दां हुंदी है ना, उस तो बाद भी डेवलपमेंट किद्दां हुंदी है किसी भी ऑर्गेनिज्म की। तो इकोलॉजिकल इन्फॉर्मेशन भी किद्दां अपनी इकोलॉजी दे विच विचरदा ते किद्दां किहड़े उहदे इकोनॉमिकल बैनीफिट्स ने, ठीक है। ये सारे बेसिस आपां यूज़ करते हैं किसी भी ऑर्गेनिज्म ਨੂੰ ਕਲਾਸੀਫਾਈ ਕਰਨ ਦੇ ਲਈ। ਹੈਂਸ ਕੈਰੈਕਟਰਾਈਜੇਸ਼ਨ, ਆਈਡੈਂਟੀਫਿਕੇਸ਼ਨ, classification and nomenclature are the processes that are basic to taxonomy, ठीक है। ਕਿਹੜੇ processes taxonomic ਦੇ ਵਿੱਚ basic ਨੇ? characterization, identification, classification ਤੇ nomenclature,
ठीक है। तो सीक्वेंस आप पहला भी दसिया सीगा जो आप पढ़ रहे सी की पढ़ रहे सी आप इंट्रोडक्शन टू द यूनिट 1 पढ़ रहे सी ਉਹਦੇ ਵਿੱਚ ਮੈਂ ਤੁਹਾਨੂੰ ਸੀਕੁਐਂਸ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਆਉਂਦੀ ਹੈ ਆਇਡੈਂਟੀਫਿਕੇਸ਼ਨ, ਉਹਦੇ ਬਾਅਦ ਆਉਂਦਾ ਹੈਗਾ ਨੋਮਨਕਲੇਚਰ ਤੇ ਉਹਦੇ ਬਾਅਦ ਆਉਂਦੀ ਹੈਗੀ ਕਲਾਸੀਫਿਕੇਸ਼ਨ। ਠੀਕ ਹੈ, ਇਹ ਸੀਕੁਐਂਸ ਜਿਹੜੀ ਅਰੇਂਜਮੈਂਟ ਹੈ ਇਹ ਯਾਦ ਰੱਖਣੀ ਜ਼ਰੂਰੀ ਕਿਉਂਕਿ ਇਹਦੇ ਉੱਪਰ ਵੀ ਕੁਐਸਚਨ ਬਣਦਾ ਹੁੰਦਾ ਹੈਗਾ। ਸੋ ਜਾਂ ਫਿਰ ਜੇ ਤੁਹਾਨੂੰ ਇਹ ਚਾਰੇ ਦਿੱਤੇ ਹੋਏ ਨੇ, ਠੀਕ ਹੈ, ਕਰੈਕਟਰਾਈਜੇਸ਼ਨ, ਆਇਡੈਂਟੀਫਿਕੇਸ਼ਨ, ਕਲਾਸੀਫਿਕੇਸ਼ਨ, ਨੋਮਨਕਲੇਚਰ, ਤਾਂ ਉਹਦੇ ਸੀਕੁਐਂਸ ਥੋੜ੍ਹਾ ਚੇਂਜ ਹੁੰਦਾ। ਆਹੀ ਜਿਹੜਾ ਸੀਕੁਐਂਸ ਤੁਹਾਨੂੰ ਦਿੱਤਾ ਉਹੀ ਸੀਕੁਐਂਸ ਰਹਿੰਦਾ। ਠੀਕ ਹੈ, ਕਰੈਕਟਰਾਈਜੇਸ਼ਨ, ਫਿਰ ਆਇਡੈਂਟੀਫਿਕੇਸ਼ਨ, ਫਿਰ ਕਲਾਸੀਫਿਕੇਸ਼ਨ, ਫਿਰ ਨੋਮਨਕਲੇਚਰ। Taxonomy is not something new. Taxonomy कोई नवी चीज़ नहीं है। Human beings have always been interested in knowing more and more about the various kinds of organisms, particularly with reference to their own use। ठीक है, ह्यूमन बींग्स ਜਿਹੜੇ ਸੀਗੇ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੰਟਰਸਟਡ ਸੀਗੇ ਨਵੇਂ ਆਰਗੈਨਿਜ਼ਮਸ ਬਾਰੇ ਸਮਝਣ ਲਈ, ਸੋਚਣ ਲਈ, ਤੇ ਪਰਟੀਕੂਲਰਲੀ ਨਵੇਂ ਆਰਗੈਨਿਜ਼ਮਸ ਨੂੰ ਜਾਣਨ ਲਈ। ਤਾਂ ਕਰਕੇ ਉਹ ਜ਼ਿਆਦਾ ਉਤਸੁਕ ਸੀਗੇ, ਜ਼ਿਆਦਾ ਰੁਚੀ ਦਿਖਾਉਂਦੇ ਸੀ ਕਿ ਉਹ ਪਰਟੀਕੂਲਰ ਆਰਗੈਨਿਜ਼ਮ ਜਿਹੜਾ ਉਹਨਾਂ ਨੂੰ ਪਰਟੀਕੂਲਰ ਨਵਾਂ ਆਰਗੈਨਿਜ਼ਮ ਮਿਲਿਆ, ਉਹ ਪਰਟੀਕੂਲਰ ਆਰਗੈਨਿਜ਼ਮ ਨੂੰ ਉਹ ਆਪਦੀ ਖਾਤਰ ਕਿੱਦਾਂ ਯੂਜ਼ ਕਰ ਸਕਦੇ, ਮਤਲਬ ਬਹੁਤ ਜ਼ਿਆਦਾ ਸਵਾਰਥੀ ਹੋ ਸੀਗੇ। ठीक है, in early days human beings needed to find sources for their basic needs of food, clothing ਤੇ shelter। ਠੀਕ ਹੈ, ਤੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਹਿਊਮਨ ਬੀਂਗ ਸੀਗੇ ਉਹਨਾਂ ਨੂੰ ਕੀ ਆ ਸੋਰਸਿਸ ਦੀ ਲੋੜ ਸੀ। ਸੋਰਸਿਸ ਦੀ ਕਾਹਦੇ ਲਈ ਲੋੜ ਸੀਗੀ? ਆਪਦੀਆਂ ਬੇਸਿਕ ਨੀਡਸ ਨੂੰ ਪੂਰਾ ਕਰਨ ਲਈ। ਕਾਹਦੀਆਂ ਬੇਸਿਕ ਨੀਡਸ? ਫੂਡ, ਕਲੋਥਿੰਗ ਤੇ ਸ਼ੈਲਟਰ ਦੀ ਬੇਸਿਕ ਨੀਡਸ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਸੋਰਸਿਸ ਦੀ ਲੋੜ ਸੀ, ਤੇ ਉਹ ਸੋਰਸਿਸ ਉਹਨਾਂ ਨੂੰ ਬਾਕੀ ਦੇ ਆਰਗੈਨਿਜ਼ਮਸ ਤੋਂ ਮਿਲਦੇ ਸੀ। ਤੇ ਹਮੇਸ਼ਾ ਬਸ ਇਹੀ ਦੇਖਦੇ ਸੀ ਕਿ ਆਪਾਂ ਇਹ ਆਰਗੈਨਿਜ਼ਮ ਤੋਂ ਆਪਦੀ ਖਾਤਰ ਕੀ ਲੈ ਸਕਦੇ ਹਾਂ। ਹੈਂਸ ਦ ਅਰਲੀਐਸਟ ਕਲਾਸੀਫਿਕੇਸ਼ਨ ਵਰ ਬੇਸਡ ਔਨ ਦ ਯੂਜ਼ਸ ਆਫ ਵੇਰੀਅਸ ਆਰਗੈਨਿਜ਼ਮਸ। ਤਾਂ ਕਰਕੇ ਜਿਹੜੇ ਅਰਲੀਐਸਟ ਕਲਾਸੀਫਿਕੇਸ਼ਨ ਸੀਗੇ ਉਹ ਅਲੱਗ-ਅਲੱਗ ਆਰਗੈਨਿਜ਼ਮ ਦੇ ਯੂਜ਼ਸ ਦੇ ਉੱਪਰ ਹੀ ਬੇਸਡ ਹੁੰਦੇ ਸੀਗੇ। ਠੀਕ ਹੈ, ਵੀ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ। ਆਪਾਂ ਜਿਵੇਂ ਉਹਨਾਂ ਨੂੰ ਇੱਦਾਂ ਕਲਾਸੀਫਾਈ ਕੀਤਾ ਜਾਂਦਾ ਸੀਗਾ, ਜਿਵੇਂ ਆਪਾਂ ਲੱਕੜੀ ਕਿਤੋਂ ਲੈ ਸਕਦੇ ਹਾਂ, ਵਾਲੇ ਬਹੁਤ ਲੱਕੜੀ ਲੈ ਸਕਦੇ ਹਾਂ। ਫਿਰ ਆਪਾਂ ਸਬਜ਼ੀਆਂ ਕਿਤੋਂ ਲੈ ਸਕਦੇ ਹਾਂ, ਹੈ ਨਾ, ਇਹ ਤੋਂ ਆਪਾਂ ਸਬਜ਼ੀ ਲੈ ਸਕਦੇ ਹਾਂ। ਫਿਰ ਆਪਾਂ ਨੂੰ ਫਲ ਫਰੂਟ ਕਿਤੋਂ ਮਿਲ ਸਕਦੇ ਨੇ। ਆਪਾਂ ਨੂੰ ਕੱਪੜੇ ਬਣਾਉਣ ਲਈ ਖੱਲ ਕਿਹੜੇ ਆਰਗੈਨਿਜ਼ਮ ਤੋਂ ਮਿਲ ਸਕਦੀ ਹੈ ਤੇ ਕਿਹੜੇ ਤੋਂ ਨਹੀਂ ਮਿਲ ਸਕਦੀ, ਹੈ ਨਾ। ਇੱਦਾਂ ਦੀ ਕਲਾਸੀਫਿਕੇਸ਼ਨ ਹੁੰਦੀ ਸੀ। Human beings were since long not only interested in knowing more about different kind of organisms and their diversities, but also the relationships among them। ਕਾਫੀ ਲੰਬੇ ਸਮੇਂ ਤੋਂ ਜਿਹੜੇ ਹਿਊਮਨ ਬੀਂਗ ਸੀਗੇ ਉਹ ਸਿਰਫ ਅਲੱਗ-ਅਲੱਗ ਆਰਗੈਨਿਜ਼ਮਸ ਬਾਰੇ ਜਾਣਨ ਦੇ ਲਈ ਹੀ ਉਤਸੁਕ ਨਹੀਂ ਸੀਗੀ, ਉਹਨਾਂ ਨੂੰ ਜਾਣਨ ਦੇ ਵਿੱਚ ਹੀ ਰੁਚੀ ਨਹੀਂ ਦਿਖਾਉਂਦੇ ਸੀਗੇ। ਠੀਕ ਹੈ, ਉਹਨਾਂ ਦੀ ਡਾਇਵਰਸਿਟੀ ਨੂੰ ਜਾਣਨ ਦੇ ਵਿੱਚ ਹੀ ਨਹੀਂ ਰੁਚੀ ਦਿਖਾਉਂਦੇ ਸੀ, ਬਲਕਿ ਉਹ ਕੀ ਹੈ ਇਹ ਵੀ ਜਾਣਨਾ ਚਾਹੁੰਦੇ ਸੀ ਕਿ ਇੱਕ ਆਰਗੈਨਿਜ਼ਮ ਦੂਜੇ ਆਰਗੈਨਿਜ਼ਮ ਦੇ ਨਾਲ ਕਿੱਦਾਂ ਰਿਲੇਟਡ ਆ, ਉਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਕੀ ਆ, ਹੈ ਨਾ। ਰਿਲੇਸ਼ਨਸ਼ਿਪ ਹੈਗਾ ਵੀ ਆ ਕਿ ਸਿਚੁਏਸ਼ਨਸ਼ਿਪ ਆ। ਠੀਕ ਹੈ, ਉਹ ਕਹਿੰਦੇ ਸੀਗੇ ਕਿ ਉਹ ਸਿਰਫ ਇਹਦੇ ਵਿੱਚ ਹੀ ਨਹੀਂ ਇੰਟਰਸਟਡ ਸੀਗੇ ਕਿ ਡਿਫਰੈਂਟ ਆਰਗੈਨਿਜ਼ਮਸ ਨੂੰ ਜਾਣਨ ਬਾਰੇ, ਠੀਕ ਹੈ, ਉਹਨਾਂ ਦੀ ਡਾਇਵਰਸਿਟੀਜ਼ ਨੂੰ ਸਮਝਣ ਬਾਰੇ, ਬਲਕਿ ਉਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਵੀ ਉਹ ਦੇਖਣਾ ਚਾਹੁੰਦੇ, ਸਮਝਣਾ ਚਾਹੁੰਦੇ ਸੀ ਕਿ ਕਿੱਦਾਂ ਉਹ ਇੱਕ ਦੂਸਰੇ ਨਾਲ ਇੰਟਰ ਰਿਲੇਟਡ ਨਹੀਂ ਕਰ ਸਕਦੇ ਆ। ਦ ਵਰਡ ਸਿਸਟਮੈਟਿਕਸ ਇਜ਼ ਡਿਰਾਈਵਡ ਫਰੋਮ ਦ ਲੈਟਿਨ ਵਰਡ ਸਿਸਟੈਮਾ। ਠੀਕ ਹੈ, ਜਿਹੜਾ ਵਰਡ ਸਿਸਟਮੈਟਿਕਸ ਹੈ ਉਹ ਲੈਟਿਨ ਵਰਡ ਤੋਂ ਬਣਿਆ। ਇਹ ਕੁਐਸਚਨ ਵੀ ਬਣ ਸਕਦਾ ਕਿ ਜਿਹੜਾ ਸਿਸਟਮੈਟਿਕ ਵਰਡ ਆ ਉਹਦਾ origin ਕਿੱਥੋਂ ਆ। ਠੀਕ ਹੈ, ਤਾਂ ਉਹ ਕਿੱਥੋਂ ਹੋਊਗਾ? ਲੈਟਿਨ ਤੋਂ, ਮਤਲਬ ਲੈਟਿਨ ਵਰਡ ਸਿਸਟਮਾ ਤੋਂ ਬਣਿਆ। ਤੇ ਸਿਸਟਮ ਦਾ ਮਤਲਬ ਕੀ ਹੁੰਦਾ? ਵਿਚ ਮੀਨਸ ਸਿਸਟਮੈਟਿਕ ਅਰੇਂਜਮੈਂਟ ਆਫ ਆਰਗੈਨਿਜ਼ਮਸ। ਠੀਕ ਹੈ, ਸਿਸਟਮ ਦਾ ਮਤਲਬ ਹੁੰਦਾ ਵੀ ਆਰਗੈਨਿਜ਼ਮਸ ਨੂੰ ਸਿਸਟਮੈਟਿਕਲੀ ਅਰੇਂਜ ਕਰਨਾ, ਇੱਕ ਸਿਸਟਮ ਦੇ ਵਿੱਚ ਆਰਗੈਨਿਜ਼ਮਸ ਨੂੰ ਅਰੇਂਜ ਕਰਨਾ, ਉਹ ਸਿਸਟਮ ਦਾ ਮਤਲਬ ਆ। ਤੇ ਸਿਸਟਮੈਟਿਕਸ ਦਾ ਵੀ ਸੇਮ ਮਤਲਬ ਆ। Next is Linnaeus used Systema Naturae as the title of his publication। ਤੇ Linnaeus ਨੇ Systema Naturae ਨਾਮ ਦੀ ਇੱਕ ਬੁੱਕ ਪਬਲਿਸ਼ ਕੀਤੀ ਸੀ, ਜਾਂ ਕਹਿ ਸਕਦੇ ਹੋ ਆਪਦੀ ਰਿਸਰਚ ਨੂੰ ਪਬਲਿਸ਼ ਕੀਤਾ ਸੀਗਾ Systema Naturae। ਇਹ ਕਿਹੜੇ ਸੰਨ ਦੇ ਵਿੱਚ ਪਬਲਿਸ਼ ਹੋਈ ਸੀ? ਇਹ ਹੋਈ ਸੀਗੀ 1758 ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ ਇਸਨੂੰ। ਓਕੇ, Linnaeus ਨੇ Systema Naturae ਨਾਮ ਦੀ Systema Naturae। Systema means systematic arrangement of organisms, nature means ਉਹ organism ਜਿਹੜੇ ਆਪਾਂ ਨੈਚੁਰਲ ਦੇ ਨੇਚਰ ਦੇ ਵਿੱਚ ਮਿਲਦੇ ਨੇ, ਹੈ ਨਾ। ਤੇ Systema Naturae ਉਹਨੇ ਆਪਣੀ ਪਬਲੀਕੇਸ਼ਨ ਨੂੰ ਨਾਮ ਦਿੱਤਾ ਸੀਗਾ। ਤੇ ਪਬਲਿਕ ਕਦੋਂ ਕੀਤਾ ਸੀ? ਪਬਲਿਸ਼ ਕਦੋਂ ਕੀਤਾ ਗਿਆ ਸੀ ਇਹਨੂੰ? 1758 ਦੇ ਵਿੱਚ। ਤੇ ਇਹਦੇ ਵਿੱਚ ਕਿੰਨਾ ਦੀ ਡਿਸਕ੍ਰਿਪਸ਼ਨ ਸੀਗੀ, ਕਿੰਨਾ ਦਾ ਨੋਮਨਕਲੇਚਰ ਬਾਰੇ ਗੱਲ ਕੀਤੀ ਸੀ? ਇਹਦੇ ਵਿੱਚ ਗੱਲ ਕੀਤੀ ਗਈ ਸੀਗੀ ਐਨੀਮਲਸ ਬਾਰੇ। ਠੀਕ ਹੈ, ਇਹਦੇ ਵਿੱਚ ਗੱਲ ਕੀਤੀ ਗਈ ਸੀ ਐਨੀਮਲਸ ਬਾਰੇ। ਹੁਣ ਕਿਉਂਕਿ ਉਹਨੇ ਤਾਂ ਪਹਿਲੇ ਐਨੀਮਲਸ ਬਾਰੇ ਗੱਲ ਕੀਤੀ, ਪਰ ਮੈਂਗੀਫੇਰਾ ਇੰਡੀਕਾ ਕੀ ਆ? ਉਹ ਤਾਂ ਪਲਾਂਟ ਆ, ਹੈ ਨਾ। ਫਿਰ ਪਲਾਂਟ ਬਾਰੇ ਮਤਲਬ ਮੈਂਗੋ ਬਾਰੇ ਕਿਹਦੇ ਵਿੱਚ ਗੱਲ ਕੀਤੀ? ਕਿਹੜੀ ਪਬਲੀਕੇਸ਼ਨ ਦੇ ਵਿੱਚ ਉਹਨੇ
ਇਸ ਦੀ ਗੱਲ ਕੀਤੀ ਆ ਤਾਂ ਉਹਦੀ ਪਬਲੀਕੇਸ਼ਨ ਸੀਗੀ ਸਪੀਸ਼ੀਜ਼ ਪਲੈਂਟੇਰਮ, ਠੀਕ ਹੈ, ਸਪੀਸ਼ੀਜ਼ ਪਲੈਂਟੇਰਮ। ਤੇ ਇਹ ਉਹਨੇ ਕਦੋਂ ਪਬਲਿਸ਼ ਕੀਤਾ ਸੀ 1753 ਦੇ ਵਿੱਚ। ਮਤਲਬ ਸਿਸਟਮਾ ਨੇਚਰ ਇਹਨੇ ਪਬਲਿਸ਼ ਕੀਤਾ ਸੀਗਾ 1758 ਦੇ ਵਿੱਚ, ਜਿਹਦੇ ਵਿੱਚ ਉਹਨੇ ਐਨੀਮਲਸ ਦੀ ਗੱਲ ਕੀਤੀ ਸੀ, ਤੇ ਸਪੀਸ਼ੀਜ਼ ਪਲੈਂਟੇਰਮ ਉਹਨੇ ਪਬਲਿਸ਼ ਕੀਤਾ ਸੀਗਾ 1753 ਦੇ ਵਿੱਚ, ਜਿਹਦੇ ਵਿੱਚ ਉਹਨੇ ਪਲਾਂਟਸ ਦੀ ਗੱਲ ਕੀਤੀ ਸੀ। The scope of systematics was enlarged to include identification, nomenclature and classification। ਪਹਿਲਾਂ ਤਾਂ ਕੀ ਹੈ ਸਿਸਟਮੈਟਿਕਸ ਦੇ ਵਿੱਚ ਬਸ ਸਿਸਟਮੈਟਿਕ ਅਰੇਂਜਮੈਂਟ ਆਫ ਐਨੀਮਲ ਹੀ ਕੀਤੇ ਗਏ ਸੀ, ਪਰ ਉਹਦੇ ਬਾਅਦ ਕੀ ਹੈ ਸਿਸਟਮੈਟਿਕਸ ਦੇ ਸਕੋਪ ਨੂੰ ਥੋੜਾ ਹੋਰ ਐਨਲਾਰਜ ਕੀਤਾ ਗਿਆ ਸੀਗਾ। ਪਹਿਲਾਂ ਤਾਂ ਆਪਾਂ ਸਿਸਟਮੈਟਿਕਸ ਕਿੱਥੋਂ ਡਿਰਾਈਵ ਕੀਤਾ, ਸਿਸਟਮਾਂ ਤੋਂ ਡਿਰਾਈਵ ਕੀਤਾ ਸੀ, ਤੇ ਸਿਸਟਮਾਂ ਦਾ ਮਤਲਬ ਕੀ ਸੀਗਾ ਸਿਸਟਮੈਟਿਕ ਅਰੇਂਜਮੈਂਟ ਆਫ ਆਰਗੈਨਿਜ਼ਮ। ਮਤਲਬ ਸ਼ੁਰੂ ਦੇ ਵਿੱਚ ਸਿਸਟਮੈਟਿਕਸ ਦੇ ਵਿੱਚ ਆਪਾਂ ਸਿਰਫ ਆਰਗੈਨਿਜ਼ਮਸ ਦੀ ਸਿਸਟਮੈਟਿਕ ਅਰੇਂਜਮੈਂਟ ਹੀ ਕਰਦੇ ਸੀਗੇ, ਤੇ ਉਹਦੇ ਬਾਅਦ ਆਪਾਂ ਹੋਰ ਵੀ ਸਿਸਟਮੈਟਿਕਸ ਦੇ ਵਿੱਚ ਐਡ ਕਰ ਲਈ ਜਿਹਦੇ ਕਿ ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਤੇ ਕਲਾਸੀਫਿਕੇਸ਼ਨ, ਮਤਲਬ ਜਿਹੜੀਆਂ ਚੀਜ਼ਾਂ ਟੈਕਸੋਨੋਮਿਕ ਸਟੱਡੀਜ਼ ਦੇ ਵਿੱਚ, ਠੀਕ ਹੈ। ਸਿਸਟਮੈਟਿਕਸ ਟੇਕਸ ਇਨਟੂ ਅਕਾਊਂਟ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਬਿਟਵੀਨ ਆਰਗੈਨਿਜ਼ਮਸ, ਠੀਕ ਹੈ। ਸਿਸਟਮੈਟਿਕ ਹੋਰ ਦੇ ਵਿੱਚ ਹੋਰ ਕੀ ਆਉਂਦਾ ਆਰਗੈਨਿਜ਼ਮਸ ਦੇ ਵਿੱਚ ਐਵੋਲੂਸ਼ਨਰੀ ਰਿਲੇਸ਼ਨਸ਼ਿਪ, ਮਤਲਬ ਕਿਹੜੇ ਆਰਗੈਨਿਜ਼ਮ ਕਿਹੜੇ ਐਂਸੈਸਟਰ ਤੋਂ ਡਿਰਾਈਵ ਹੋਏ ਨੇ, ਕਿਹੜੇ ਕਿਹੜੇ ਆਰਗੈਨਿਜ਼ਮਸ ਆਪਸ ਦੇ ਵਿੱਚ ਸੰਬੰਧਿਤ ਨੇ, ਠੀਕ ਹੈ। ਇਹ ਸਭ ਕਿਹਦੇ ਵਿੱਚ ਆਉਂਦਾ ਸਿਸਟਮੈਟਿਕਸ ਦੇ ਵਿੱਚ ਆਉਂਦਾ ਗਾ। ਕੀ ਹੁੰਦਾ ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਤੇ ਕਲਾਸੀਫਿਕੇਸ਼ਨ ਤੇ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਬਿਟਵੀਨ ਆਰਗੈਨਿਜ਼ਮਸ। ਤੇ ਅਗਲਾ ਆਪਣਾ ਨੈਕਸਟ ਟੌਪਿਕ ਹੈਗਾ ਟੈਕਸੋਨੋਮਿਕ ਕੈਟਾਗਰੀਜ਼, ਤੇ ਇਹਨੂੰ ਆਪਾਂ ਪੜਾਂਗੇ ਅਗਲੇ ਵੀਡੀਓ ਦੇ ਵਿੱਚ। ਤੇ ਇਹ ਵੀਡੀਓ ਤੁਹਾਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਕਿ ਚੰਗੀ ਲੱਗੀ ਕਿ ਨਾ ਲੱਗੀ, ਕੋਈ ਗਲਤੀ ਤਾਂ ਨਹੀਂ ਸੀ, ਜੇ ਕੋਈ ਗਲਤੀ ਸੀ ਤਾਂ ਗਲਤੀ ਵੀ ਦੱਸ ਦੇਣਾ, ਠੀਕ ਹੈ। ਤੇ ਇੱਦਾਂ ਦੀ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਣਾ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ।